देर तो ला के हुण तक आपने गुरबाणी के कीर्तन का और विचारों का लाभ उठाया। बाकी समा जितना खोर है उसनों भी सफला करो। रचना सफला पवित्र करने वास्ते शब्द बोलिया करो। पहले दास बोलिया करिए, फिर सफाई, तीसरे पासे सब बीबियों गज बज के बोलिया करो। परम सब किछ तेरा जी, मैं किछ नहीं, मैं किछ नहीं। सब किछ तेरा जी, मैं किछ नहीं, मैं
आपे ही राजन आपे ही रहा, कहीं कहीं ठाकुर कहीं कहीं चेरा, काको दराव का शुभ बलवंचा, जय जय पेखों तय तय नेरा, साधु मूर्त गुरु भेट्यो नानक, मिल सागर बूंद नहीं अनहेरा, सब कुछ तेरा जी, मैं कुछ नहीं, मैं कुछ नहीं, बिन बुझे मुग्ध अयान, सो प्रभ चित न आयो छुटेगी बेबान, सतगुर सेती चित लाए सदा सुधारन मान, कानी तू आयो लाहा लैन, लगा कित को फकड़े समुद्री चली रैन। साध संगत अपने ख्यालों बाहरों संकोच के पूरा ध्यान शब्द विचार वाले गुरु बाबा जी गुरु नानक जी का गुरु अवतार होया, जिन्हों ने सत्तां दीपां नवां खना विच फिर के जिहड़े बिल्कुल भुलड़ जीव सन उन्होंने वाहिगुरू दे लड़ लाया,
ਜਿਨ੍ਹਾਂ ਦੇ ਰਸਤੇ ਵਿੱਚ ਕੋਈ ਰੁਕਾਵਟਾਂ ਆਈਆਂ ਸਨ, ਇਸ ਪਰਮਾਰਥਕ ਮਾਰਗ ਵਿੱਚ ਉਹਨਾਂ ਨੂੰ ਦੂਰ ਕੀਤਾ। ਜਿਹੜੇ ਗਲਤ ਰਸਤੇ ਰਿੱਧੀ ਸਿੱਧੀ ਆਦਿ ਦੇ ਮਾਰਗ ਵਿੱਚ ਪੈ ਕੇ ਆਪਣੇ ਰਸਤੇ ਨੂੰ ਸ਼ਾਂਤਮਈ ਤੋਂ ਅਸ਼ਾਂਤਮਈ ਬਣਾ ਬੈਠੇ ਸਨ, ਉਹਨਾਂ ਨੂੰ ਦੱਸਿਆ ਵੀ ਪਰਮ ਪਦ ਸਿੱਧੀ ਸਿੱਧੀ ਤੋਂ ਦੂਰ ਹੈ। ਉਸ ਰਸਤੇ ਵਿੱਚ ਪ੍ਰਵਿਰਤ ਕੀਤਾ। ਇਉਂ ਆਪ ਜੀ ਨੇ ਬੇਅੰਤ ਜੀਵਨਾਂ ਦਾ ਤਾਰੇ ਗਨੇ ਜਾਤ ਨ ਤਾਰੇ ਗਨੇ ਜਾਤ। ਆਸਮਾਨ ਦੇ ਵਿੱਚ ਤਾਰਿਆਂ ਦੀ ਗਿਣਤੀ ਹੋ ਸਕਦੀ ਹੈ, ਲੇਕਿਨ ਜਿਤਨੇ ਅਧਮ ਜੀਵ ਗੁਰੂ ਬਾਬੇ ਨੇ ਤਾਰੇ, ਉਹਨਾਂ ਦੀ ਗਿਣਤੀ ਹੋਣੀ ਬਹੁਤ ਮਹਾਨ ਹੈ। ਇਸ ਸੰਸਾਰ ਦੇ ਵਿੱਚ ਗੁਰੂ ਜੀ ਨੇ ਪੈਦਲ ਜਾਂ ਸ਼ਕਤੀ ਦੁਆਰਾ ਕਈ ਚੱਕਰ ਲਗਾਏ। ਇੱਕ ਦਫਾ ਇੱਕ ਥਾਂ ਜੰਗਲ ਵਿੱਚ ਬੈਠੇ ਹਨ, ਮਰਦਾਨਾ ਕੀਰਤਨ ਕਰ ਚੁੱਕਾ ਕਿ ਅਰਜ਼ ਕਰਦਾ ਗਰੀਬ ਨਵਾਜ਼, ਜੇ ਕੋਈ ਸ਼ਹਿਰ ਪਿੰਡ ਜਾਂ ਬਸਤੀ ਆਉਂਦੀ ਹੈ, ਤੁਸੀਂ ਕਹਿੰਦੇ ਹੋ ਬਾਹਰ ਬਾਹਰ ਚੱਲੋ, ਰੋਈਆਂ ਵਿੱਚ ਹੀ ਨਹੀਂ ਫਿਰਦੇ ਹੋ। ਮੌਸਮ ਖਰਾਬ ਹੈ, ਬਰਸਾਤ ਦਾ ਮੌਸਮ ਹੈ। ਕੁਛ ਸਮਾਂ ਕਿਸੇ ਨਗਰ ਸ਼ਹਿਰ ਵਿੱਚ ਰਹਿ ਕੇ ਗੁਜ਼ਾਰ ਲੈਣਾ ਚਾਹੀਦਾ। ਗੁਰੂ ਜੀ ਇਹ ਬਚਨ ਸੁਣ ਕੇ ਸਾਹਮਣੇ ਇੱਕ ਕੋਈ ਆਦਮੀ ਆ ਰਿਹਾ ਸੀ, ਛਤਰੀ ਲੱਗੀ ਹੈ, ਚਿੱਠੀਆਂ ਦਾ ਥੈਲਾ ਪਾਇਆ, ਗੋਡੇ ਗੋਡੇ ਪਾਣੀ ਵਿੱਚ ਛਪਲ ਛਪਲ ਕਰਦਾ ਆਉਂਦਾ ਹੈ। ਕਹਿਣਗੇ ਮਰਦਾਨਿਆਂ, ਉਹ ਦੇਖਦਾ ਕੌਣ ਆ ਰਿਹਾ ਹੈ? ਮਰਦਾਨਾ ਕਹੇਗਾ ਮਹਾਰਾਜ ਹਾਂ, ਕੋਈ ਡਾਕੀਆ ਪੋਸਟਮੈਨ ਹੈ, ਚਿੱਠੀ ਰਸਨਾ ਹੈ, ਚਿੱਠੀਆਂ ਦਾ ਥੈਲਾ ਪਾਇਆ ਹੈ। ਕਹਿਣ ਲੱਗੇ ਮੀਂਹ ਪੈਂਦੇ ਵਿੱਚ ਛਤਰੀ ਲੱਗੀ ਹੈ, ਗੋਡੇ ਗੋਡੇ ਪਾਣੀ ਵਿੱਚ ਕਿਉਂ ਛਪਲ ਛਪਲ ਕਰਦਾ ਜਾਂਦਾ ਹੈ? ਮਹਾਰਾਜ ਸਰਕਾਰ ਦਾ ਨੌਕਰ ਹੈ, ਵੇਲੇ ਸਿਰ ਚਿੱਠੀਆਂ ਪਹੁੰਚਾਉਣੀਆਂ ਹਨ ਥਾਈਂ ਥਾਈਂ। ਅਗਰ ਐਸਾ ਨਹੀਂ ਕਰੇਗਾ ਤਨਖਾਹ ਕਿੱਥੋਂ ਮਿਲੇਗੀ? ਤਨਖਾਹ ਨਹੀਂ ਮਿਲੇਗੀ, ਆਪਣਾ ਅਤੇ ਬਾਲ ਬੱਚੇ ਦਾ ਗੁਜ਼ਾਰਾ ਕਿਵੇਂ ਕਰੇਗਾ? ਇਸ ਕਰਕੇ ਇਸ ਨੂੰ ਇਹੋ ਜਿਹੇ ਮੌਸਮ ਵਗੈਰਾ ਦਾ ਖਿਆਲ ਨਹੀਂ ਕਰਨਾ ਬਣਦਾ। ਗੁਰੂ ਜੀ ਕਹਿਣਗੇ ਭਾਈ ਮਰਦਾਨਾ, ਇਹ ਤਾਂ ਦੁਨਿਆਵੀ ਝੂਠੀ ਸਰਕਾਰ ਦਾ ਨੌਕਰ ਹੈ, ਅਸੀਂ ਰੱਬ ਦੇ ਨੌਕਰ। ਅਸੀਂ ਵੀ ਥਾਂ ਥਾਂ ਨਿਰੰਕਾਰ ਦਾ ਸੰਦੇਸ਼ ਫਿਰ ਕੇ ਦੁਨੀਆ ਨੂੰ ਦੇਣਾ। ਦੁਨੀਆ ਭੁੱਲੀ ਫਿਰਦੀ ਹੈ, ਗਲਤ ਰਸਤਿਆਂ 'ਤੇ ਪੈ ਰਹੀ ਹੈ, ਅੰਦਰੋਂ ਮਨਾ ਕਰਕੇ ਜਲਦੇ ਬਲਦੇ ਛੱਡਦੇ ਹਨ, ਨਰਕਾਂ ਦੇ ਗਾਮੀ ਬਣ ਰਹੇ ਹਨ। ਅਸੀਂ ਉਹਨਾਂ ਨੂੰ ਬਚਾਉਣਾ ਹੈ ਨਿਰੰਕਾਰ ਦਾ ਸੰਦੇਸ਼ ਦੇ ਕੇ। ਸਾਡੇ ਵਾਸਤੇ ਵੀ ਇਹੋ ਜਿਹੇ ਮੌਸਮ ਵਗੈਰਾ ਦਾ ਕੋਈ ਖਿਆਲ ਨਹੀਂ ਕਰਨਾ ਪੈਂਦਾ। ਇੰਨਾ ਕਹਿੰਦੇ ਗੁਰੂ ਜੀ ਕਹਿਣਗੇ ਮਰਦਾਨਿਆਂ, ਰਵਾ ਬਿਠਾ ਜਿਨ੍ਹਾਂ ਰੋਈਆਂ ਨੂੰ, ਜੰਗਲਾਂ ਬੀਆਬਾਨਾਂ ਨੂੰ ਪਸੰਦ ਨਹੀਂ ਕਰਦਾ, ਪਰ ਇਹ ਤਾਂ ਭਾਗਾਂ ਵਾਲੇ ਹਨ। ਇਹਨਾਂ ਵਿੱਚ ਬੈਠ ਕੇ ਰੱਬ ਦੇ ਪਿਆਰਿਆਂ ਨੇ ਬੜੀਆਂ ਬੜੀਆਂ ਲੰਮੀਆਂ ਸਮਾਧੀਆਂ ਲਾਈਆਂ, ਬੜੀ ਬੰਦਗੀ ਕੀਤੀ ਅਤੇ ਇਹਨਾਂ ਨੂੰ ਭਾਗਾਂ ਵਾਲੇ ਬਣਾਇਆ। ਐਂ ਕਹਿੰਦਿਆਂ ਗੁਰੂ ਜੀ ਦੇ ਚਿਹਰੇ ਦੀ ਰੰਗਤ ਬਦਲ ਗਈ। ਅੱਖਾਂ ਵਿੱਚੋਂ ਵਾਹਿਗੁਰੂ ਦੇ ਪਿਆਰ ਵਿੱਚ 2000 ਟੇਪੇ ਅੰਸਾਂ ਦੇ ਗਿਰੇ। ਮਰਦਾਨੇ ਨੇ ਰਵਾਬ ਛੇੜਿਆ, ਹਜ਼ੂਰ ਨੇ ਐਸੇ ਉਚਾਰਨ ਕੀਤਾ। ਤਬ ਦਰਸ਼ਨ ਕੇ ਤਾਈਂ ਥਿਆ ਦੀਵਾਨਾ, ਥਿਆ ਦੀਵਾਨਾ। ਤਬ ਦਰਸ਼ਨ ਕੇ ਤਾਈਂ ਥਿਆ ਦੀਵਾਨਾ, ਥਿਆ ਦੀਵਾਨਾ। दर्शन के साईं
लड़ी मेरा चीत, मैं दीवाना पिया अतीत। कर कासा दर्शन की भूख, मैं दर मांगो नीता नीत, तब दर्शन की करो समाए। यूँ गुरु बाबा जी ने बार बार अलाप के शब्द का उच्चारण किया। मर्दाने ने रबाब बजाया। फिर शब्द की समाप्ति हुई। गुरु जी उठ खड़े हुए कहने, चल मर्दानिया, तेरा ख्याल बस्तियां देखण दा है। शहर बस्तियां पिंड तेनों चंगे लगते हैं, पर शहरों का और उजाड़ों का मुकाबला कर दो। क्यों गुरु जी अगे पिछे भाई वाला तो मर्दाना रस्ता किते साफ आ जाता है, किते चिक्कड़ है, किते बहुत ज़्यादा पानी। यूँ गुरु जी सवेर तो शाम तक, दोपहर तो शाम तक चले गए। सूरज छिपा का वक्त है। सामने एक छोटा जा पिंड नज़र आया, जिहड़ा सारा ही ठगां दा सी। अलफ ते ये तक ठग, उन्हां दा काम सी। कोई मुसाफिर उनके काबू आया, उसने ख़त्म किया, सारा माल मता लुटी। यूँ उन्होंने अज तक पता नहीं कितने कुछ तो फोन किए सन। ठगां दा पिंड। उन्होंने वेख के गुरु जी हास रस विच मर्दाने नूं कहने, मर्दानिया और सामने पिंड है, बस्ती है, उसका ते उस उजाड़ का मुकाबला कर लवी। यूँ हास रस विच कहते उत्थे पहुँचे। सत्थ विच कई ठग मुखी ठग बैठे हैं। उन्होंने उठ के देखा, इन्हां दे चेहरों से बड़ा जलाल है। उपरों तो इन्हां पास कोई बहुता फैलाव वाला सामान नज़र नहीं आता, इन्हां पास बुझा धन जरूर है। ये लोग चेहरे का अनुमान लगाया करते हैं। इन्ना कहते हुए उठ के आपनों एक बैठक विच ले गए। बिस्तरा बिछा के बैठते बिठाया। भाई बाला मर्दाना हजूर के चरणों सज गए। कहन के, दसो जी जल छकोगे या दुध वगैरह? गुरु जी कहते कुछ नहीं छकना, जवाब दे दिता। फिर उस तो बाद कुछ देर बाद आके कहन के, स्नान वगैरह के वास्ते दसो कि ठंडे पानी नाल करना है, गर्म नाल करना है? गुरु जी कहते स्नान भी नहीं करना। यूँ हौली हौली समा तुरया जाता है। कुछ रात पै गई, अंधेरा जा हो गया। आके कहन लगे जी भोजन भी तैयार है, हुक्म होवे इत्थे हाज़र करिए, नहीं भोजनशाला भी चल के छक लो। गुरु जी कहन लगे भाई भोजन भी नहीं छकना। खैर वो इन्नी गल कह के बाहर गए। मर्दाना कहन लगा, महाराज जे आपनों नहीं कुछ भुख वगैरह तो मैनू तो बड़ी डाढ़ी भुख लगी, मैनू तो कुछ न कुछ खाने वास्ते मिलना चाहिए। गुरु जी कहने, मर्दानिया ये पिंड है ठगां दा। इन्हां दा काम की है, जे कोई मुसाफिर इन्हां दे काबू आया, उसनों ये कई तरीके से ख़त्म करके उसका धन दौलत लुटते हैं। हुण इन्हां नूं अनुमान है तुहाडे उपर चेहरे देख के भी इन्हां दे पास बहुत सारा धन है। हुण ये कोशिश करते हैं, पहले तो इन्हां ने जे पानी दुध वगैरह छकाउणा सी, जिसनों असीं जवाब दिता उहदे विच जहर मिलिया सी। दूजे इशनान वगैरह वास्ते जे पानी वगैरह दिंदे उहदे विच भी इहो जिहा कुछ सी। हुण भोजन है, इहदे विच भी जहर मिला के देण। ये चाहुंदे ने किवें न किवें खत्म होण, असीं इन्हां दा दूजा धन लुट लईए। जे तेरी खुशी है खाण पीण की, मंगवा दिंदे आ, गल इहो जी है। मर्दाना सुन के डर गया, कहण लगा मैं कुछ नहीं छकना चाहता। इहो जी गल है। कहण गल इहो जी है, हाँ करतार दे रंग देखी चल, जिमें जिस वास्ते सानू इत्थे लिया। यूँ वो लोग बाहर चले गए। बाहर खलो के गल्लां बातां करन लगे भी इहो जिहे मुसाफिर होण।
ਅੱਗੇ ਜੇ ਕੋਈ ਆਉਂਦਾ ਜਿਹੜੀ ਚੀਜ਼ ਦਿੰਦੇ ਖਾ ਲੈਂਦਾ ਪੀ ਲੈਂਦਾ, ਕਿਸੇ ਵਸਤੂ ਨੂੰ ਅੰਗੀਕਾਰ ਨਹੀਂ ਕਰਦੇ। ਇੱਕ ਕਹਿੰਦਾ ਬਈ ਇਹ ਤਾਂ ਸੁਣੀ ਹੈ, ਸਰਕਾਰ ਦੇ CID ਖੁਫੀ ਹੈ, ਸਾਡਾ ਭੇਦ ਲੈਣ ਵਾਸਤੇ ਆਏ ਹੁਣ ਤਾਂ ਹੀ ਕੁਛ ਖਾਂਦੇ ਪੀਂਦੇ ਨੇ। ਪਾਸ ਹੀ ਦੂਸਰਾ ਬੋਲ ਉੱਠਿਆ, ਕਹਿਣ ਲੱਗਾ ਕੋਈ ਗੱਲ ਨਹੀਂ, ਜੇ ਨਹੀਂ ਖਾਂਦੇ ਪੀਂਦੇ ਅਸੀਂ ਹੋਰ ਇਲਾਜ ਵੀ ਜਾਣਦੇ ਹਾਂ। ਹਾਂ, ਰਸੇ ਤਿਆਰ ਕਰੋ, ਮੁੰਡਿਆਂ ਨੂੰ ਕਹਿਣ ਲੱਗੇ ਨੌਜਵਾਨਾਂ ਨੂੰ, ਨੂਰ ਕੇ ਖ਼ਤਮ ਕਰੋ, ਦੇਖੋ ਤਾਂ ਸੀ ਚਿਹਰੇ ਕਿਵੇਂ ਦਮਕਦੇ ਨੇ, ਥੋੜ੍ਹਾ ਜਿਹਾ ਤਨ ਥੋੜ੍ਹਾ ਜਿਹਾ ਨਾ, ਪਤਾ ਨਹੀਂ ਕਿਹੋ ਜਿਹੇ ਗੁੱਝੇ ਲਾਲ ਹੋਣਗੇ ਨਾ ਪਾਸ। ਇਉਂ ਗੱਲਾਂ ਬਾਤਾਂ ਉਹਨਾਂ ਨੇ ਸ਼ੁਰੂ ਕੀਤੀਆਂ। ਉਹਨਾਂ ਨੂੰ ਕਿਹਾ ਤੁਸੀਂ ਰਸੇ ਤਿਆਰ ਕਰੋ। ਇਸ ਤਿਆਰੀ ਵਿੱਚ ਲੱਗੇ। ਗੁਰੂ ਜੀ ਕਹਿਣਗੇ ਮਰਦਾਨਾ ਦੇ ਹੁਣ ਰਬਾਬ ਆਪਣਾ ਉਠਾ ਜ਼ਰਾ। ਮਰਦਾਨੇ ਨੇ ਰਬਾਬ ਸੰਭਾਲਿਆ। 1:30 ਪਹਿਰ ਰਾਤ ਚਲੀ ਗਈ ਸੀ। ਗੁਰੂ ਜੀ ਨੇ ਉਸ ਮੌਕੇ ਉੱਚੀ ਸੁਰ ਵਿੱਚ ਇੱਕ ਸ਼ਬਦ ਦਾ ਉਚਾਰਨ ਕੀਤਾ। ਫਿਰਦੇ ਠਗਵਾੜਿਓ ਵੇਖੀ ਨਾ ਠਗਿਆ ਜਾਈਂ, ਫਿਰਦੇ ਠਗਵਾੜਿਓ ਵੇਖੀ ਨਾ ਠਗਿਆ ਜਾਈਂ, ਫਿਰਦੇ ਠਗਵਾੜਿਓ ਵੇਖੀ ਨਾ ਠਗਿਆ ਜਾਈਂ, ਫਿਰਦੇ ਠਗਵਾੜਿਓ ਵੇਖੀ ਨਾ ਠਗਿਆ ਜਾਈਂ। ਪੰਜੇ ਠੱਗ, ਇੰਨੀ ਠੱਗੀ ਜਗ ਠੱਗਿਆ ਕਿਨੇ ਨ ਰੱਖੀ ਲੱਜ। ਇਹਨਾਂ ਠੱਗਣ ਠੱਗ ਸੇ ਜੋ ਗੁਰ ਕੀ ਪੈਰੀ ਪਾਏ, ਪਰ ਕੇਤੇ ਕਰਮਾਂ ਬਾਹਰੇ ਨਾਨਕ ਮੁੱਠੇ ਜਾ। ਸ਼ਹਿਰਾਂ ਪਿੰਡਾਂ ਦੇ ਵਿੱਚ ਭਲੇ ਲੋਕ ਵੀ ਵਸਦੇ ਹਨ ਔਰ ਬੁਰੇ ਵੀ ਵਸਿਆ ਕਰਦੇ ਹਨ। ਇਸੀ ਤਰ੍ਹਾਂ ਜਿਸਮ ਰੂਪੀ ਇੱਕ ਨਗਰੀ ਹੈ, ਇਹਦੇ ਵਿੱਚ ਰੱਬ ਦਾ ਵਾਸਾ ਵੀ ਹੈ, ਦੇਵਤਿਆਂ ਦਾ ਵਾਸਾ। ਦੈਵੀ ਗੁਣ ਜੋ ਹਨ ਸਤ ਸੰਤੋਖ ਤਿਆਗ ਧਰਮ ਵਿਚਾਰ ਸ਼ਾਂਤੀ ਖਿਮਾ ਥੀਰੀ, ਇਹ ਦੈਵੀ ਗੁਣ ਦੇਵਤਿਆਂ ਦਾ ਵਾਸਾ ਵੀ ਹੈ। ਔਰ ਇਸ ਜਿਸਮ ਰੂਪੀ ਨਗਰੀ ਦੇ ਵਿੱਚ ਚੋਰ ਵੀ ਵਸਦੇ ਨੇ, ਠੱਗ ਵੀ ਵਸਦੇ ਨੇ। ਚੋਰ ਏਕ ਨਗਰੀ ਪੰਜ ਚੋਰ ਵਸੈਂ, ਕਾਮ ਚੋਰ ਲੋਭ ਹੰਕਾਰਾ। ਅੰਮ੍ਰਿਤ ਲੂਟੈ ਮਨ ਮੁਖ ਨਹੀਂ ਬੂਝੈ, ਕਿਸੀ ਆਗੇ ਕਰੇ ਪੁਕਾਰਾ। ਕਾਇਆ ਨਗਰੀ ਪੰਜ ਚੋਰ ਵਸੀਅਲੇ, ਵਰਜਿਤ ਚੋਰੀ ਧਾਵੈ।
ਤ੍ਰੈ ਦਸ ਮਾਰ ਲਖੇ ਜੋ ਨਾਨਕ ਮੋਖ ਮੁਕਤ ਸੋ ਪਾਵੇ। ਇਹਦੇ ਵਿੱਚ ਪੰਜ ਚੋਰ ਵੀ ਵਸਦੇ ਨੇ, ਇਸਦੇ ਆਤਮ ਧਨ ਨੂੰ ਲੁੱਟਣ ਵਾਲੇ। ਪੰਜਾਂ ਚੋਰਾਂ ਨੇ ਲੁੱਟਿਆ ਘਰ ਤੇਰਾ, ਪੰਜਾਂ ਚੋਰਾਂ ਨੇ ਲੁੱਟਿਆ ਘਰ ਤੇਰਾ, नैनो नीम पर दृष्ट विकार, श्रवण सोए सुनो निंद विचार, रसना सोई लो मीठे साथ, मन सोया माया विस्मार। सगल सहेली अपने रसमाती, ग्रह अपने की खबर न जाती। मूसनहार पंच बटवारे, सूने नगर परे ठगियारे। उनते राखे बाप न माई, उनते राखे मीत न पाई। दर्भ सियानत न हुए रहते, साध संग हुए दुष्ट वश होते। कर कृपा में सारिंग पान, संतन सूर सर्व निधान। सावत पूंजी सतगुर संग, नानक जागे पावन के रंग। सो जागे जिस पर कृपाल ए पूंजी सावत। पंचकाम कुल ओंकार पंच चोर। इन्हां ने आत्म धन जो जीव का असली धन है, इसको लुट के इसनों कंगाल कर देता है। भीखा भुखा को नहीं, सबकी गठड़ी लाल। गठड़ी खोलना जानते तांते थे कंगाल। ये शरीर के पंच कोशां दे विच छुपिया है बड़ा बेकीमता लाल, परमेश्वर रूपी लाल।
पर इसकी खबर नहीं। और इसनों लुटणहारे पंज चोर ये तो शरीर की नगरी में चोर वसते हैं, इसी नगरी दे विच ठग भी वसते हैं। इसके आदम धन नूं ठगण वाले फिरदे ठगवाड़े ओ वेखी ना ठगिया जावे। फिरदे ठगवाड़े वेखी ना ठगिया जावे। फिरदे ठगवाड़े ओ वेखी ना ठगिया जावे। फिरदे ठगवाड़े ओ वेखी ना ठगिया जावे। रूप राज जात जोबन माल पंजे ठग। ये पंजा ठगा ने इस जीव का आत्म धन लुट के इसनों आत्माई नुकता निगाह ते कंगाल कर दिता। रूप मद विच अंधा हो के ये रब नूं याद नहीं करता, भुल जाता। राज मद विच अंधा हो के परमेश्वर नूं भुल जाता। रूप राज जात चंगी जात महान विच भी रब नूं भुलदा है। जोबन जवानी की लहर विच भी इसनूं रब याद नहीं आउंदा। माल धन मद विच भी अंधा हो के ये परमेश्वर नूं भुल जाता। ये पंजे ठग मानो इसकी आत्म धन नूं ठग के इसकी दुर्दशा करते इसनूं कंगाल कर दिता। ये है इशारा गुरु जी ने इस शब्द का उच्ची उच्चारण किया। इस शब्द के बहाने वो लोग जो गोंदा गुंदे सन इन्हों रस्सियां नाल लूट के ख़त्म करो। गुज्जा धन इन्हां पास जो बहुत सारा प्रतीत हुंदा है उन्होंने अपने काबू करो। ये गोंदा गुंदे सन शब्द का इहो जिहा असर पिया सबनों सुसरी वांगू नींद आ जाती। एक भी बंदा पिंड विच जागदा ना रह गया। समा तुरया ही जाता है। अखीर वो वक्त आ गया जो अमृत वेला जिसनूं कथन किया। अमृत वेला सचना वडियाई भी चाह करमी आवे कपड़ा नदरी मुख द्वार। चौथे पैर सुबह के सुरतियाँ उपजै चाओ
तिन्हां दरियावां सियों दोस्ती मनुख सच्चा। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਆਦਿ ਕਰਕੇ ਵਾਹਿਗੁਰੂ ਦੇ ਪਿਆਰੇ ਵਾਹਿਗੁਰੂ ਦੇ ਧਿਆਨ ਭਜਨ ਵਿੱਚ ਮਗਨ ਹੁੰਦੇ ਹਨ। ਜਨਮਾਂ ਜਨਮਾਂਤਰਾਂ ਦੇ ਬੰਧਨ ਕੱਟਦੇ ਹਨ। ਉਹ ਵਕਤ ਹੋ ਆਇਆ, ਗੁਰੂ ਜੀ ਕਹਿੰਦੇ ਭਾਈ ਬਾਲਾ ਮਰਦਾਨਾ ਇਸ਼ਨਾਨ ਦਾ ਵਕਤ ਹੋ ਗਿਆ, ਚਲੋ ਉੱਠ ਕੇ ਇਸ਼ਨਾਨ ਸੋਧੀਏ। ਉਸ ਵਕਤ ਉੱਠ ਕੇ ਇਸ਼ਨਾਨ ਕਰਕੇ ਜੋ ਭਜਨ ਕਰਦੇ ਹਨ ਉਹਨਾਂ ਨੂੰ ਕੀ ਫਲ ਮਿਲਦਾ ਹੈ, ਉਸ ਦੀ ਬਾਬਤ ਗੁਰੂ ਜੀ ਇਉਂ ਫਰਮਾਉਂਦੇ ਹਨ। ਕਰ ਇਸ਼ਨਾਨ ਸਿਮਰ ਪਰਦੇ ਆਪਣਾ ਮਨ ਤਨ ਕਰ ਇਸ਼ਨਾਨ ਸਿਮਰ ਪਰਦੇ ਆਪਣਾ ਮਨ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਭਜਨ ਕਰਨ ਵਾਲੇ ਪੁਰਸ਼ਾਂ ਨੂੰ ਜੋ ਫਲ ਮਿਲਦਾ ਹੈ ਗੁਰੂ ਜੀ ਉਹ ਦਰਸਾਉਂਦੇ ਹਨ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ ਕੋਟ ਬਿਘਨ ਲਾਥੇ ਪ੍ਰਭ ਸ਼ਰਨਾ ਕਰਿਟੇ ਭਲੇ ਸੰਜੋਗਾ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਜੋ ਸਿਮਰਨ ਕਰਦੇ ਹਨ ਉਹਨਾਂ ਦੇ ਮਨ ਔਰ ਤਨ ਦੋਨਾਂ ਨੂੰ ਅਰੋਗਤਾ ਹਾਸਲ ਹੁੰਦੀ ਹੈ। ਤਨ ਕਰਕੇ ਤਾਂ ਰੋਗ ਸਾਰੇ ਹੀ ਜਾਣਦੇ ਹਨ, ਪਰ ਮਨ ਦੇ ਰੋਗਾਂ ਨੂੰ ਬਹੁਤ ਘੱਟ ਲੋਕ ਜਾਣਦੇ ਹਨ। ਹਾਂ, ਤਨ ਦੇ ਰੋਗਾਂ ਨਾਲ ਮਨ ਦੇ ਰੋਗ ਜ਼ਿਆਦਾ ਦੁਖਦਾਈ ਔਰ ਖਤਰਨਾਕ ਹਨ, ਬਲਕਿ ਅਗਲੇ ਜਨਮ ਦਾ ਸਬਬ ਵੀ ਮਨ ਦੇ ਹੀ ਰੋਗ ਹਨ। ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਭਜਨ ਕਰਨ ਵਾਲਿਆਂ ਦੇ ਮਨ ਤਨ ਦੋਨੋਂ ਕਿਸਮ ਰੋਗਾਂ ਦੀ ਨਿਵਰਤੀ ਹੁੰਦੀ ਹੈ।
और तीसरा लाभ की हुंदा, कोट विघन लाथे प्रभु शरण, प्रगटे भले संजोगा यूँ प्रभु की शरण अपने आप को गरा के उन्होंने विवहार और परमार्थ विच जो बहुत सारे विघन आते हैं उन्होंने सहजे ही निवृत्ति होंदी चली जाती है, यानी इंसान की किस्मत अच्छी बनती है। वो वक्त को आया, गुरु जी उठे भाई बाला ना ते मरदाना नाल लैके पिंडा के नेड़े नेड़े खूह होंदे सी, इशनान आदि सौदे समान गढ़वा डोली आदि नाल हुंदे ही सी, क्योंकि आप जी थां तो विचरते सी। इशनान करके गुरु जी फिर अपने आसन से चौंकड़ा लगा के बिरती नूं समष्टि व्यष्टि स्थूल सूक्ष्म कारणात प्रपंच तो संकोच के आनंदा सागर जो वाहिगुरु है उस लीन करके समाधिष्ट हो जाते हैं। भाई बाला और मरदाना ये भी दोनों श्वास श्वास सिमरन करना शुरू कर देंगे हैं, गुरु चरणों के ध्यान में मगन होंगे हैं। मरदाने ने हुक्म सी गुरु जी का, भावें कोई शहर है भावें पिंड है, भावें बस्ती है भावें उजाड़ है, भावें कोई श्रोता है भावें नहीं है, तू रोज़ श्री आसा जी की वार का कीर्तन कराया कर। आसा जी की वार सारिया आसा पूरियां करने वाली, जो रोज़ इसका कीर्तन करते सुनते या इसका पाठ करते हैं, उसे कामी पुरुषों को कामना की दाता है, निष्काम पुरुषों को विवेक की दाता है। उस आसा जी की वार का कीर्तन मरदाने ने शुरू किया। बिरती नूं बाणी का रूप बना के चित्त बिरती कही द्रवीभूत चीज़ है, जिस वस्तु का प्यार नाल चिंतन करती उसका रूप ही बन जाया करती है। इयों चित्त बिरती नूं बाणी का रूप बना के मरदाने ने इयों कीर्तन विच मैं हो के कीर्तन समाधि विच कीर्तन किया। समा तुरया ही जाता है चिड़ी चौकी को फुटी, बगन बहुत तरंग अचरज रूप संतन रचे नानक नामे रंग। अखीर सूरज की टिक्की चढ़ियाई मरदाना, सूरज की टिक्की चढ़न सारी भोग पा दिया करता। अरदास कर दी जी गरीब नवाज, आसा जी की वार का कीर्तन होया है, कृपा करो काम बोलो ओंकार तो बचाओ, चरणों की प्रीत प्रदान करो। यूँ बैठ जाता है गुरु बाबा जी अजे समाधि विच ही हैं, उड़ीकता है समाधि तो उत्थान हो, इतों चलिए। हाँ, यूँ कुछ मिनटों तो बाद गुरु बाबा जी ने नेत्र कमल खोले, इधर उधर तकिया, कहने लगे भाई वाला मरदाना उच्ची उच्ची पिंड विच कीर्तन होया पर श्रोता कोई नहीं दीदा। एक कहने लगे भाई बाला मरदाना गरीब नवाज, श्रोता कोई नहीं आया। की कारण महाराज भाग बंदे मनमुख भाग दी होनिया तिख मोया कंधी पास, दरिया के किनारे बैठा है, ठंडा पानी दरिया का चल रहा है, प्यासा मरी जाता है, पानी का बुक भर के पी नहीं सकता। इहो जी हालत इन्हां दी है। इस करके मंद भाग होने करके इन्हों तो लाभ नहीं उठाया गया। यूँ गुरु जी कहने लगे चलो मंद भागी ने शब्द पढ़ के गुरु जी इतों चलन की तैयारी करते हैं। भाग जिन्हां दे मंदे दित्ती बांग जागदे, भाग जिन्हां दे मंदे
ਹੋਈ। ਰਾਜਾ ਆਪਣੇ ਸ਼ੀਸ਼ ਮਹਲ ਵਿੱਚ ਸੁੱਤਾ ਪਿਆ। ਚਾਰ ਚੁਫੇਰੇ ਸੰਤਰੀ ਬੰਦੂਕਾਂ ਤਲਵਾਰਾਂ ਲਈ ਪਹਿਰੇ 'ਤੇ ਖੜ੍ਹੇ ਹਨ। ਅੱਗੇ ਚੌਬਦਾਰ ਪਾਸ ਹਜ਼ੂਰੀ ਨਫਰ ਪਿਆ ਹੋਇਆ ਹੈ। ਰਾਜਾ ਨੂੰ ਇੱਕ ਸੁਪਨਾ ਆਇਆ। ਜਾਗਰਤ ਸੁਪਨ ਸੁਖੋਪਤ ਤੁਰੀਆ ਆਤਮ ਪੂਰਤ ਕੀਏ ਪੁਰੀਆ। ਜਾਗਰਤ ਅੱਖਾਂ ਵਿੱਚ ਬਾਝ ਪ੍ਰਪੰਚ ਦੇਖਦਾ ਹੈ। ਸੁਪਨ ਕੰਠ ਵਿੱਚ ਖਿਤਾ ਨਾੜੀ ਹੈ, ਉਸਦੇ ਵਿੱਚ ਖਿਆਲ ਜਾਂਦਾ। ਉੱਥੇ ਆਪਣੀ ਰਚਨਾ ਰਚਦਾ ਹੈ। ਉਸਨੂੰ ਸੁਪਨ ਅਵਸਥਾ ਕਹਿੰਦੇ ਹਨ। ਹਿਰਦੇ ਸਥਾਨ ਵਿੱਚ ਜਾ ਕੇ ਘੂਕਣੀ ਹੁੰਦੀ ਹੈ, ਸਾਊਂਡ ਸਲੀਪ ਜਿਸ ਨੂੰ ਕਹਿੰਦੇ। ਉੱਥੇ ਕੋਈ ਫੁਰਨਾ ਨਹੀਂ ਹੁੰਦਾ। ਜਦੋਂ ਪਰਮਾਤਮਾ ਵਿੱਚ ਜੁੜਦਾ ਹੈ ਉਹ ਤੁਰੀਆ ਅਵਸਥਾ ਮੰਨੀ ਜਾਂਦੀ ਹੈ। ਤੀਨ ਵਿਆਪੇ ਜਗਤ ਕੋ ਤੁਰੀਆ ਪਾਵੇ ਕੋਏ, ਨਾਨਕ ਸੰਤ ਨਿਰਮਲ ਭੈ ਜਿਨ ਮਨ ਵਸਿਆ ਸੋਏ। ਜਾਗਰ ਸੁਪਨ ਸੁਖ ਤਿੰਨ ਅਵਸਥਾਵਾਂ ਤਾਂ ਪਸ਼ੂਆਂ ਪੰਛੀਆਂ ਨੂੰ ਵੀ ਆਉਂਦੀਆਂ ਹਨ, ਪਰ ਚੌਥੀ ਅਵਸਥਾ ਜਿਹੜੀ ਹੈ ਇਹ ਸੰਤਾਂ ਦੀ ਹੈ। ਜਿਸ ਨੂੰ ਉਹ ਅਵਸਥਾ ਪ੍ਰਾਪਤ ਹੋ ਗਈ ਉਹ ਸੰਤ ਹੈ, ਉਹਦਾ ਸ਼ਾਂਤ ਹੋ ਜਾਂਦਾ ਹੈ। ਸੋ ਇਹ ਇਉਂ ਸਮਝ ਲਓ ਕਿ ਦ੍ਰਿਸ਼ਟਾਂਤ, ਇੱਕ ਰਾਜਾ ਦੀਵਾਨਖਾਨੇ ਵਿੱਚ ਅਹਿਲਕਾਰਾਂ ਦੇ ਸਮੇਤ ਬੈਠਾ ਹੈ। ਦੀਵਾਨਖਾਨਾ, ਇਹਨੇ ਦੀਵਾਨ ਲਗਾਈ, ਆਪਣਾ ਦਰਬਾਰ ਲਗਾਈ। ਇਹ ਤਾਂ ਇਹ ਜੀਵ ਰੂਪੀ ਰਾਜਾ ਦੀ ਇਹ ਜਾਗਰਤ ਅਵਸਥਾ ਹੈ, ਬਾਝ ਪ੍ਰਪੰਚ ਦੇਖ ਰਿਹਾ। ਫਿਰ ਉਹ ਰਾਜਾ ਘਰ ਆ ਜਾਂਦਾ ਹੈ। ਆਪਣੇ ਮਹਲ ਦੀ ਚਾਰ ਦੀਵਾਰੀ ਦੇ ਅੰਦਰ ਆਪਣੇ ਬੱਚੇ ਹੋਰ ਜਿਤਨੇ ਫੈਮਿਲੀ ਮੈਂਬਰਸ ਹਨ ਉਹਨਾਂ ਨਾਲ ਗੱਲਬਾਤ ਕਰਦਾ ਹੈ, ਘਰਾਂ ਦੇ ਵਿਚਾਰ ਕਰਦਾ। ਇਹ ਅਵਸਥਾ ਮਾਨੋ ਸੁਪਨ ਅਵਸਥਾ ਹੈ। ਫਿਰ ਥੱਕ ਕੇ ਰਾਜਾ ਆਪਣੇ ਅਲੱਗਾ ਬੈਡਰੂਮ ਵੀ ਚਲਾ ਜਾਂਦਾ ਹੈ, ਉੱਥੇ ਜਾ ਕੇ ਸੌਂ ਜਾਂਦਾ ਹੈ। ਨੀਂਦ ਪੂਰੀ ਲੈ ਕੇ ਉੱਠਦਾ ਹੈ। ਇਹ ਇਹਦੀ ਸ਼ਗੋਪਤ ਅਵਸਥਾ ਹੋ ਗਈ ਜੀਵ ਆਤਮਾ ਦੀ, ਜਿੱਥੇ ਖੂਕ ਨੀਂਦ ਹੈ। ਫਿਰ ਉੱਠ ਕੇ ਇਸ਼ਨਾਨ ਆਦਿ ਕਰਕੇ ਰਾਜਾ ਆਪਣੇ ਪ੍ਰਭੂ ਦੇ ਕਮਰੇ ਵਿੱਚ ਚਲਾ ਜਾਂਦਾ। ਉੱਥੇ ਪਰਮੇਸ਼ਰ ਦੇ ਭਜਨ ਵਿੱਚ ਮਹਿ ਹੁੰਦਾ ਹੈ। ਇਹ ਤੁਰੀਆ ਅਵਸਥਾ ਹੈ। ਇਹ ਸੰਤ ਤੀਨ ਵਿਆਪੇ ਜਗਤ ਕੋ ਤੁਰੀਆ ਪਾਵੇ ਕੋਏ, ਨਾਨਕ ਸੰਤ ਨਿਰਮਲ ਭੈ ਜਿਨ ਮਨ ਵਸਿਆ ਸੋਏ। ਜੋ ਕੁਛ ਜਾਗਰਤ ਵਿੱਚ ਹੁੰਦਾ ਹੈ ਉਹ ਸੁਪਨ ਵਿੱਚ ਵੀ ਉਹ ਜਿਹੇ ਕੁਝ ਦੇਖਦਾ ਹੁੰਦਾ, ਦੁੱਖ ਸੁੱਖ ਜੇ। ਰਾਜਾ ਨੂੰ ਸ਼ੀਸ਼ ਮਹਿਲ ਵਿੱਚ ਪਿਆ ਸੁਪਨਾ ਆਇਆ। ਇੱਕ ਜੰਗਲ ਵਿੱਚ ਜਾ ਰਿਹਾ ਇਕੱਲਾ, ਇੱਕ ਹਲਕੀ ਗਿੱਦੜੀ ਉਸ ਨੂੰ ਚਿੰਬੜ ਗਈ। ਉਸ ਗਿੱਦੜੀ ਨੇ ਉਸ ਨੂੰ ਕੱਟ ਖਾਧਾ। ਉਸਦਾ ਜ਼ਹਿਰ ਚੜ੍ਹਦਾ ਜਾ ਰਿਹਾ ਹੈ। ਹੁਣ ਜ਼ਹਿਰ ਦੇ ਚੜ੍ਹਨ ਕਰਕੇ ਬੜਾ ਦੁਖੀ ਹੈ। ਸੋਚਦਾ ਹੈ ਕੋਈ ਨੇੜੇ ਤੇੜੇ ਪਿੰਡ ਹੋਵੇ, ਉੱਥੇ ਪਹੁੰਚਾ, ਹਕੀਮ ਹੋਵੇ ਤਾਂ ਦਵਾਈ ਲਗਾਵਾਂ। ਕੁਦਰਤੀ ਸਾਹਮਣੇ ਇੱਕ ਨਗਰ ਦਿਸਿਆ, ਉੱਥੇ ਦੌੜ ਕੇ ਪਹੁੰਚਿਆ। ਉੱਥੇ ਲੋਕ ਬੈਠੇ, ਉਹਨੂੰ ਕਹਿਣ ਲੱਗਾ ਜਾ ਕੇ ਇੱਥੇ ਕੋਈ ਹਕੀਮ ਹੈ? ਉਹਨਾਂ ਵਿੱਚ ਇੱਕ ਕਹਿਣ ਲੱਗਾ ਪਰਲੇ ਪਾਸੇ ਹਕੀਮ ਦੀ ਦੁਕਾਨ ਹੈ, ਉੱਧਰ ਜਾਓ। ਉੱਥੇ ਪਹੁੰਚਾ, ਹਕੀਮ ਨੂੰ ਕਹਿਣ ਲੱਗਾ ਵੀ ਮੈਨੂੰ ਹਲਕੀ ਗਿੱਦੜੀ ਨੇ ਕੱਟ ਲਿਆ, ਮੇਰੇ ਦਵਾਈ ਲਗਾ ਦੇ, ਜ਼ਹਿਰ ਚੜ੍ਹਦਾ ਜਾਂਦਾ, ਨਹੀਂ ਮੈਂ ਮਰ ਜਾਵਾਂਗਾ। ਹਕੀਮ ਕਹਿਣ ਲੱਗਾ 2 ਪੈਸੇ ਘੱਟ ਦਵਾਈ ਮਿਲੇਗੀ। ਪੈਸਾ ਕਹਿਣ ਲੱਗਾ ਮੇਰੇ ਪਾਸ ਕੋਈ ਨਹੀਂ, ਬਾਹਰ ਖਜ਼ਾਨੇ ਭਰੇ ਪਏ, ਗਿੱਦੜੀ ਉੱਥੇ ਪਹੁੰਚ ਨਹੀਂ ਸਕਦੀ, ਲੇਕਿਨ ਸੁਪਨੇ ਦੀ ਖੇਡ ਦੇਖ ਰਿਹਾ ਹੈ। ਕਹਿਣ ਲੱਗਾ ਪੈਸਾ ਮੇਰੇ ਪਾਸ ਕੋਈ ਨਹੀਂ, ਦਵਾਈ ਲਗਾ ਦੇ, ਜ਼ਹਿਰ ਚੜ੍ਹਦਾ ਜਾਂਦਾ। ਹਕੀਮ ਕਹਿਣ ਲੱਗਾ 2 ਪੈਸੇ ਘੱਟ ਤਾਂ ਦਵਾਈ ਮਿਲੇਗੀ, 2 ਪੈਸੇ ਨਹੀਂ ਉਹਦੇ ਕੋਲ। ਸੁੱਤੇ ਪਿਆਂ ਕੋਲੇ ਬਾਹਰ ਖਜ਼ਾਨੇ ਭਰੇ ਪਏ ਨੇ, ਅੰਦਰ 2 ਪੈਸੇ ਨਹੀਂ ਸੁੱਤੇ ਪਏ ਕੋਲ। ਅਖੀਰ ਜ਼ਹਿਰ ਚੜ੍ਹਦਾ ਗਿਆ, ਉਹ ਰੋਣ ਲੱਗ ਪਏ, ਜਿਵੇਂ ਸੁਪਨੇ ਰੜਾਉਣ ਲੱਗ ਪੈਂਦੇ। ਜਦੋਂ ਰੋਣ ਲੱਗ ਪਿਆ, ਹਜ਼ੂਰੀਆ ਸੇਵਕ ਪਾਸ ਪਿਆ ਸੀ, ਉਸਨੇ ਸੋਚਿਆ ਸਰਕਾਰ ਨੂੰ ਕੋਈ ਬੁਰਾ ਸੁਪਨਾ ਆ ਗਿਆ, ਇਹਦਾ ਇਲਾਜ ਕੀ ਹੈ? ਜਗਾ ਦੇਣਾ। ਜਿਹੜਾ ਸੁਪਨੇ ਵਿੱਚ ਦੁਖੀ ਹੋ ਰਿਹਾ ਹੈ, ਬਰੜਾ ਰਿਹਾ ਹੈ, ਪਾਸ ਕੋਈ ਜਾਗਦਾ ਆਦਮੀ ਪਿਆ ਹੋਵੇ, ਉਸਨੂੰ ਜਗਾ ਦੇਵੇ, ਉਹ ਤਾਂ ਦੁੱਖ ਦੂਰ ਹੋ ਜਾਂਦਾ, ਹੋਰ ਕੋਈ ਉਪਾਅ ਨਹੀਂ ਹੁੰਦਾ। ਸੰਯੋਗ ਕਰਕੇ ਜਗਾ ਦਿੱਤਾ ਜਾਵੇ ਸਰਕਾਰ ਨੂੰ, ਬਿਹਤਰ ਹੈ। ਇਹਨਾਂ ਸੁਪਨਾ ਟੁੱਟ ਜਾਏਗਾ, ਦੁੱਖ ਦੂਰ ਹੋ ਜਾਏਗਾ। ਪਹਿਲਾਂ ਤਾਂ ਹੌਲੀ ਹੌਲੀ ਚਰਨ ਨੂੰ ਹੱਥ ਲਾ ਕੇ ਜਗਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਜਾਗ ਨਹੀਂ ਆਈ। ਅਖੀਰ ਉਸਨੇ
शरीर ਨੂੰ ਮਧੋਲਿਆ, ਫਿਰ ਜਾਗ ਆਈ, ਉਹਦਾ ਦੁੱਖ ਸਾਰਾ ਦੂਰ ਹੋ ਗਿਆ। ਪੁੱਛਣ ਲੱਗਾ ਸਰਕਾਰ ਕੀ ਗੱਲ? ਸਾਰੀ ਗੱਲ ਦੱਸੀ। ਕਹਿਣ ਲੱਗੀ ਉਹ ਮੇਰੇ ਨਾਲ ਵੀ ਸੁਪਨੇ ਦੀ ਗੱਲ, ਯਾਨੀ ਜਿਵੇਂ ਸੁਪਨੇ ਦਾ ਦੁੱਖ ਜਾਗੇ ਤੋਂ ਬਿਨਾ ਦੂਰ ਨਹੀਂ ਹੁੰਦਾ। ਸੋ ਜਗਾਊ ਕੌਣ? ਜਿਹੜਾ ਪਾਸ ਜਾਗਦਾ ਪੁਰਸ਼ ਹੋਵੇ। ਸੁੱਤਾ ਪਿਆ ਸੁੱਤੇ ਪਏ ਨੂੰ ਜਗਾ ਨਹੀਂ ਸਕਦਾ। ਇਸੀ ਤਰ੍ਹਾਂ ਹੀ ਇਹ ਜੀਵ ਨੂੰ ਅਵਿਦਿਆ ਰੂਪੀ ਨੀਂਦ ਵਿੱਚ ਸੰਸਾਰ ਸੁਪਨਾ ਰਿਹਾ। ਇਹਦੇ ਦੁੱਖ ਤਕਲੀਫਾਂ, ਦੁੱਖ ਸੁੱਖ ਬਹੁਤ ਦੇਖ ਰਿਹਾ ਹੈ। ਸੰਤ ਜਨ ਔਰ ਸਤ ਸ਼ਾਸਤਰ, ਵੇਦ ਸ਼ਾਸਤਰ, ਗੁਰਬਾਣੀ ਇਸ ਨੂੰ ਜਗਾਉਣ ਵਾਸਤੇ ਉੱਚੀਆਂ ਉੱਚੀਆਂ ਆਵਾਜ਼ਾਂ ਦਿੰਦੇ ਹਨ। ਕੋ ਕਹਿੰਦੀਆਂ ਚਾਗਿੰਦੀਆਂ ਮਤੀ ਦਿੰਦੀਆਂ ਨਿੱਤ, ਜੋ ਸ਼ੈਤਾਨ ਮਜਾਇਆ ਸੋ ਕਿਤ ਫੇਰੇ ਚਿੱਤ। ਕੂਕਾਂ ਮਾਰਦੇ ਨੇ ਵੇਦ, ਚਾਂਗਾ ਮਾਰਦੇ ਨੇ ਸ਼ਾਸਤਰ, ਮੱਤੀ ਦਿੰਦੇ ਨੇ ਸੰਤ ਮਹਾਤਮਾ, ਪਰ ਇਸ ਨੂੰ ਇਹ ਜੀ ਗੂੜੀ ਨੀਂਦ ਆਈਏ, ਜਾਗੀ ਨਹੀਂ। ਹਾਂ ਗੁਰੂ ਜੀ ਤਦੇ ਕਹਿੰਦੇ ਪ੍ਰਾਨੀ ਪਰਮ ਪੁਰਖ ਪਗ ਲਾਗੋ, ਸੋਬਤ ਕਹਾਂ ਮੋਹ ਨਿੰਦਰਾ में ਕਹੂੰ ਸੁਜਤ ਹੋਏ ਜਾਗੋ। ਕਿੰਨੀ ਕੁ ਦੇਰ ਤੱਕ ਮੋਹ ਰੂਪੀ ਨਿੰਦਰਾ ਵਿੱਚ ਸੁੱਤਾ ਰਹੇਗਾ, ਦੁੱਖ ਤਕਲੀਫਾਂ ਝੱਲੇ ਜਾਏਗਾ। ਜਾ ਗਿਆਨ ਜਾਗਣ ਵਿੱਚ ਜਾ ਕੇ ਆਪਣੇ ਆਪ ਨੂੰ ਦੁੱਖਾਂ ਤੋਂ ਬਚਾ, ਪਰਮ ਸੁਖੀ ਹੋ ਜਾ। ਤੇਰਾ ਸਰੂਪ ਸੁਖ ਸਰੂਪ ਹੈ, ਸੁਖ ਸਰੂਪ ਅਨੰਤ ਸਰੂਪ ਹੈ। ਕਿਉਂ ਮੁਖੀ ਮੁਖੀ ਠਾ ਕਹਿੰਦੇ ਬਈ ਰਾਤ ਵਾਲੀ ਮੁਸਾਫਰ ਤਾਂ ਕੋਈ ਜਾਦੂਗਰ ਸੀ, ਜਿਨ੍ਹਾਂ ਨੇ ਸਾਡੇ ਉੱਪਰ ਇਹੋ ਜਿਹਾ ਕਲਾਮ ਪੜ੍ਹਿਆ, ਸਾਨੂੰ ਸੁਸਰੀਆਂ ਨੂੰ ਨੀਂਦ ਆ। ਅਸੀਂ ਤਾਂ ਕੋਈ ਖਾਲੀ ਨਹੀਂ ਜਾਣ ਦਿੱਤਾ, ਲੁੱਟੇ ਵੀ। ਮੁੰਡਿਆਂ ਨੂੰ ਇਕੱਠੇ ਕਰਕੇ ਕਹਿੰਦੇ ਨੌਜਵਾਨ ਮੁੰਡਿਆਂ ਨੂੰ ਜਾਓ ਇੱਧਰ ਨੇੜੇ ਤੇੜੇ ਕਿਸੇ ਰਸਤੇ 'ਤੇ ਜਾਂਦੇ ਹੋਣਗੇ, ਚਾਰ ਚਫੇਰੇ, ਪੰਜ ਚਾਰ ਮੁੰਡੇ ਮੋਢੇ 'ਤੇ ਡਾਂਗਾਂ ਰੱਖੀਆਂ ਦੌੜੇ ਜਾਂਦੇ। ਜਿਸ ਤਰ੍ਹਾਂ ਗੁਰੂ ਬਾਬਾ ਜੀ ਜਾ ਰਹੇ ਸਨ, ਚਾਰ ਮੁੰਡੇ ਠੱਗਾਂ ਦੇ ਉਸ ਤਰ੍ਹਾਂ ਦੂਰੋਂ ਆਵਾਜ਼ ਦਿੰਦੇ ਹਨ, ਠਹਿਰ ਜੋ ਜਾਣ ਵਾਲੇ, ਤੁਸੀਂ ਕੋਈ ਜਾਦੂਗਰ ਹੋ। ਰਾਤ ਤੁਸੀਂ ਸਾਡੇ 'ਤੇ ਇਹੋ ਜਿਹਾ ਕਲਾਮ ਪੜ੍ਹਿਆ, ਸਾਨੂੰ ਸੁਸਰੀਆਂ ਨੂੰ ਨੀਂਦ ਆ ਗਈ। ਇਸ ਤਾਂ ਉਹ ਹਾਂ ਗੱਲ ਪਿੱਛੋਂ ਕਰਦੇ ਹਾਂ, ਪਹਿਲੇ ਮਾਰ ਕੇ ਖ਼ਤਮ ਕਰਦੇ ਹਾਂ। ਇਹ ਗੱਲ ਸੁਣ ਕੇ ਮਰਦਾਨਾ ਦਹਿਲ ਗਿਆ, ਡਰ ਗਿਆ। ਕਹਿਣਗੇ ਮਹਾਰਾਜ ਇਹਨਾਂ ਦੇ ਤੌਰ ਚੰਗੇ ਨਹੀਂ। ਗੁਰੂ ਜੀ ਕਹਿੰਦੇ ਮਰਦਾਨਾ ਡਰ ਨਹੀਂ, ਤੇਰੇ ਸਿਰ 'ਤੇ ਡਾਢੇ ਦਾ ਹੱਥ ਹੈ। ਨੇੜੇ ਆ ਕੇ ਫਿਰ ਉਹਨਾਂ ਨੇ ਇਹ ਗੱਲ ਕਹੀ, ਤੁਸੀਂ ਕੋਈ ਜਾਦੂ ਕਰੋ, ਰਾਤ ਸਾਡੇ 'ਤੇ ਇਹੋ ਜਿਹਾ ਕਲਾਮ ਪੜ੍ਹਿਆ, ਸਾਨੂੰ ਸੁਸਰੀਆਂ ਨੂੰ ਨੀਂਦ ਆ। ਇਸ ਤਾਂ ਉਹ ਲੋਕ ਹਾਂ ਗੱਲ ਪਿੱਛੋਂ ਕਰਦੇ ਹਾਂ, ਪਹਿਲੇ ਮਾਰ ਕੇ ਖ਼ਤਮ ਕਰਦੇ ਹਾਂ। ਇਹ ਸੁਣ ਕੇ ਗੁਰੂ ਜੀ ਕਹਿਣਗੇ ਭਾਈ ਮਰਨੋਂ ਤਾਂ ਨਹੀਂ ਡਰਦੇ, ਪਰ ਸਾਡੇ ਸਰੀਰਾਂ ਦਾ ਸੰਸਕਾਰ ਕਰ ਦਿਓ। ਸਾਡੇ ਪਾਸ ਜੋ ਧਨ ਉਹ ਵੀ ਲੈ ਲਿਓ, ਤੁਹਾਡਾ ਹੀ ਹੋਏਗਾ ਫਿਰ। ਇਸ ਕਰਕੇ ਪਰ ਸਾਡੇ ਸਰੀਰਾਂ ਦਾ ਸੰਸਕਾਰ ਜ਼ਰੂਰ ਕਰ ਦਿਓ। ਉਹਨਾਂ ਜੀ ਕਹਿੰਦੇ ਸੰਸਕਾਰ ਕਰਨ ਦੀ ਸਾਨੂੰ ਕੀ ਲੋੜ ਹੈ? ਇਸ ਤੋਂ ਤੁਹਾਨੂੰ ਮਾਰ ਕੇ ਖ਼ਤਮ ਕਰਨਾ, ਤੁਹਾਡਾ ਧਨ ਖੋਹ ਲੈਣਾ ਹੈ। ਗੁਰੂ ਜੀ ਕਹਿੰਦੇ ਕੋਈ ਗੱਲ ਨਹੀਂ, ਅਸੀਂ ਮਰਨੋਂ ਨਹੀਂ ਡਰਦੇ, ਧਨ ਵੀ ਸਾਡਾ ਸਾਰਾ ਹੀ ਖੋਹ ਲਿਓ। ਸਾਹਮਣੇ ਉਂਗਲੀ ਸ਼ਿਵਾ ਮੱਝਦਾ ਸੀ, ਉਂਗਲੀ ਕਰਕੇ ਕਹਿੰਦੇ ਉੱਥੋਂ ਅਗਲੇ ਆਓ, ਸਾਡੇ ਸਰੀਰਾਂ ਦਾ ਸੰਸਕਾਰ ਕਰ ਦਿਓ। ਇੱਕੋ ਨਾ ਵਿੱਚ ਹੀ ਬੋਲ ਸਕੇ ਕੋਈ ਗੱਲ ਨਹੀਂ, ਆਪ ਤੋਂ ਤਕੜੇ ਨਹੀਂ ਆ, ਦੋ ਇੱਥੇ ਖੜ੍ਹਦੇ ਹਾਂ, ਦੋ ਅੱਗ ਲੈ ਆਉਂਦੇ ਹਾਂ। ਦੋ ਉੱਥੇ ਠਹਿਰ ਗਏ, ਦੋ ਅੱਗ ਲੈਣ ਵਾਸਤੇ ਗਏ। ਸ਼ਿਵਾ ਮੱਚਦਾ ਸੀ, ਉੱਥੇ ਕੀ ਕੌਤਕ ਦਿਖਾਇਆ ਬਾਬੇ ਨੇ ਉਹਨਾਂ ਨੂੰ। ਸ਼ਿਵੇ ਦੇ ਪਾਸ ਦੋ ਫਰੀਕਾਂ ਦੀ ਲੜਾਈ ਹੋ ਰਹੀ ਹੈ, ਦੇਵਗਨ ਔਰ ਜਮਗਨ, ਜਾਂ ਦੇਵਦੂਤ ਔਰ ਜਮਦੂਤ। ਮ੍ਰਿਤਕ ਪ੍ਰਾਣੀ ਵਾਸਤੇ ਲੜ ਰਹੇ ਹਨ। ਜਮਦੂਤ ਤਾਂ ਕਹਿੰਦੇ ਅਸੀਂ ਲੈ ਜਾਣਾ ਹੈ, ਸਾਰੀ ਜ਼ਿੰਦਗੀ ਪਾਪ ਹੀ ਪਾਪ ਕਮਾਏ, ਪਾਪਾਂ ਦਾ ਸਰਮਾਇਆ ਇਕੱਠਾ ਕੀਤਾ, ਅਸੀਂ ਇਸ ਨੂੰ ਲਿਜਾ ਕੇ ਧਰਮ ਰਾਜਾ ਦੇ ਪੇਸ਼ ਕਰਾਂਗੇ। ਧਰਮ ਰਾਜਾ ਇਹਨੂੰ ਹੋਰ ਨਰਕਾਂ ਸਿੱਟੇਗਾ। ਦੇਵਦੂਤ ਕਹਿੰਦੇ ਠੀਕ ਹੈ, ਸਾਰੀ ਜ਼ਿੰਦਗੀ ਭਾਵੇਂ ਇਸਨੇ ਗੁਨਾਹ ਕੀਤੇ ਹਨ, ਪਰ ਇਸ ਦੇ ਸ਼ਿਵੇ ਵੱਲ ਗੁਰੂ ਨਾਨਕ ਦੀ ਉਂਗਲੀ ਹੋ ਗਈ, ਇਸ ਕਰਕੇ ਇਹਦੇ ਸਾਰੇ ਪਾਪ ਮਾਫ ਹੋ ਗਏ। ਅਸੀਂ ਲਿਜਾਣਾ ਹੈ, ਦੇਵ ਲੋਕ ਨੂੰ ਲਿਜਾਵਾਂਗੇ। ਦੋਨਾਂ ਦੀ ਲੜਾਈ ਹੁੰਦੀ ਦੇਖ ਕੇ ਉਹ ਠੱਗਾਂ ਦੇ ਮੁੰਡੇ ਪੁੱਛਣ ਲੱਗੇ ਵੀ ਕੌਣ ਹੈ ਗੁਰੂ ਨਾਨਕ ਜਿਹਦੀ ਇਹਦੇ ਵੱਲ ਉਂਗਲੀ ਹੋ ਗਈ ਅਤੇ ਇਹਦੇ ਸਾਰੇ ਪਾਪ ਮਾਫ ਹੋ ਗਏ? ਉਹ ਕਹਿਣਗੇ ਉਹੀ ਜਿਹਨੇ ਤੁਹਾਨੂੰ ਅੱਗ ਲੈਣ ਵਾਸਤੇ ਭੇਜਿਆ, ਉਹੀ ਗੁਰੂ ਨਾਨਕ ਹੈ। ਇਹ ਸੁਣ ਕੇ ਉਹਨਾਂ ਦੀਆਂ ਸੁੱਤੇ ਗਈਆਂ, ਸੁੱਤੇ ਸੁੱਤਾਂ ਗਈਆਂ, ਪਿੱਛੇ ਠੱਗ ਦੌੜਿਆ ਏ, ਆਪਣੇ ਸਾਥੀਆਂ ਨੂੰ ਆਵਾਜ਼ ਦਿੰਦੇ ਹਨ ਦੂਰੋਂ, ਦੇਖੋ ਦੇਖੋ ਕੁਛ ਕਹਿ ਪੈਂਦੇ ਹੋ, ਆ ਕੇ ਦਾੜ ਚਰਨਾਂ 'ਤੇ ਡਿੱਗ ਪਏ। ਮਾਫੀਆਂ ਮੰਗਣੀਆਂ ਸ਼ੁਰੂ ਕੀਤੀਆਂ, ਗਰੀਬ ਨਿਵਾਸ ਖਿਮਾ ਕਰੋ, ਮਾਫ ਕਰੋ, ਬਖਸ਼ ਲਿਓ ਮਹਾਰਾਜ ਹਮ ਅਪਰਾਧੀ, ਹਮ ਅਪਰਾਧੀ, ਬਖਸ਼ ਲਿਓ ਮਹਾਰਾਜ ਹਮ ਅਪਰਾਧੀ, ਹਮ ਅਪਰਾਧੀ।
गुनहगार हों बेमुख मंदा, चोर यार ज्वार हों पर घर जो हंदा, निंदक दुष्ट हराम खोर ठग देश ठगंदा, काम क्रोध मद लोभ मोह अहंकार करंदा, विश्वासघाती अकिरत कण मुख नर खंदा, सिमरन रीदा ठाड़िया सतगुर बख्श। गरीबनाथ बख्शो, क्षमा करो, आपकी एक उंगली हो गई वो सारे पाप माफ़ हो गए। असी तुहानू मारन वास्ते तैयारियां करिए, असी इतने गुनाहीए, बार बार बेनतियां तरले करके पिंड गुरु जी ने लैके मोड़ सारे लोगों ने इकट्ठे करके कहा इन्हों की उंगली शिवे वाल हो गई, वो सारे पाप माफ़ हो गए, नरकों तो जाता जाता सोगा नूं गया। असी इन्हों मारन वास्ते तैयार हाँ। सारे पिंड के लोग इकट्ठे होकर बेनतियां करते गरीबना बख्शो क्षमा करो। गुरु जी कह लगे भाई करतार सदा ही बख्शन है, पर तुसी ज़रा ख्याल करो अपने करतबां वाल। मानुख दे 184 जोन विचों बादशाह दे ही जिस देही नूं देवता लोग भी तरस रहे हैं वो तुहानूं प्राप्त है। उस देह नूं पा के तुसी अपनी जिंदगी दा राह किहो जे पासे रखे, रब दी खलक नूं तंग करना लुकना ठगियां करनियां, ये मानुख तन का फर्ज है। हैवानी बल्कि राक्ष जिंदगी गुजार रहे हो तुसी। हाँ, जदों असली अपनी इंसानी जिंदगी वाल आओगे करतार तुहानूं बख्श देगा। उन्होंने कहा गरीब नवाज हुण हुक्म करो, जिमें कहोगे असीं उवें ही चलांगे, उवें अपनी जिंदगी नूं ढालांगे। गुरु जी नूं समझाउण देखो, माता दे उदर विच तुसीं किहो जे वादे कीते, रचंत जी रचना मात गर्भ स्थापना, सासा सिमंत नानक महा अगना विनाशनम, सिर तले पैर ऊपरे बसंदो हथे थाए, नानक सो धनी क्यों सारी उधर जिस दे नाए। 9-10 महीने कैसे गंदे पानी की तेरी बनावट, कहे जे गंद मंद विच तेरा 9-10 महीने वासा, माता के गंदे विच तेरा सराहना लग्या, उत्थे गंदगी दे विच तेरा वासा। सो यूँ 10 महीने गुजारे तो श्वास श्वास भजन करता सी, जठरागन साड़ती सी, जिस करके श्वास श्वास भजन और प्रार्थना करते सी, प्रभु हे अंतरजामी, हे पतित पावन, हे मेहरबान, मेहर कर मैनू इथों बचा, इसको भी नरक चों कढ़, दुनिया ते जाके मैं तेरा सदा ही भजन करूँ। इयों तेरिया प्रार्थना सन। जी मैं नाम जपूंगा तेरा, माता के उदर विच 100 जन्म की खबर होंदी है। श्वास श्वास सिमरन करता हुंदा है, इयों प्रार्थना करता है, कुंभी नरचों मैनू कढ़, दुनिया ते जाके मैं तेरा सदा ही भजन करांगा। पर वाहिगुरू कहंदा है, ऐ दुख विच तू जरूर इयों कहना अठे पैर भजन करांगा। तैनूं 3 गल्लां दसियां जांदियां हन। पहली गल तो यह है
ਗਿਰਸ ਵਿੱਚ ਰਹਿੰਦਾ ਹੋਇਆ ਭਾਵੇਂ ਕੋਈ ਵੀ ਕੰਮ ਕਰੀ, ਖੇਤੀ ਪੁੱਤੀ, ਨੌਕਰੀ ਚਾਕਰੀ, ਵਣਜ ਵਪਾਰ, ਲੇਕਿਨ ਨਿਯਤੀ ਦਾ ਕਰੀ। ਇਉਂ ਕਰਦਾ ਹੋਇਆ 24 ਘੰਟਿਆਂ ਵਿੱਚੋਂ 10ਵਾਂ ਹਿੱਸਾ ਕਮ ਸੇ ਕਮ 2.5 ਘੰਟੇ ਜ਼ਰੂਰ ਭਜਨ ਕਰਿਆ ਕਰੀ। ਆਪਣੀ ਕਿਰਤ ਵਿੱਚੋਂ ਦਸਵੰਧ ਜ਼ਰੂਰ ਧਰਮ ਦੇ ਕੰਮਾਂ 'ਤੇ ਲਗਾਉਂਦਾ ਰਹੀ। ਇਉਂ ਬੁਰਾਈਆਂ ਤੋਂ ਬਚੀ, ਇਉਂ ਕਰੇਗਾ ਫਿਰ ਇਸਕੂ ਵੀ ਨਰਕ 'ਚ ਨਹੀਂ ਆਵੇਗਾ। ਇਉਂ ਕਰਦਿਆਂ ਕਰਦਿਆਂ ਜੇਕਰ ਤੇਰਾ ਮਨ ਸ਼ੁੱਧ ਹੋ ਗਿਆ, ਸ਼ੁੱਧ ਹੋ ਕੇ ਤੇਰੇ ਚਿੱਤ ਵਿੱਚ ਇਹੋ ਜਿਹਾ ਵਿਵੇਕ ਜਾਂ ਵੈਰਾਗ ਪ੍ਰਾਪਤ ਹੋ ਗਿਆ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਜਦੋਂ ਇਹੋ ਜਿਹਾ ਵਿਵੇਕ ਪੈਦਾ ਹੋ ਗਿਆ ਤੇਰੇ ਚਿੱਤ ਵਿੱਚ, ਪਰਮੇਸ਼ਰ ਤੇ ਨਾਮ ਤੋਂ ਬਿਨਾਂ ਸਭ ਫਨਾ ਫਿਰਲਾ। ਵਿਵੇਕੀ ਪੁਰਸ਼ ਦੇ ਚਿੱਤ ਵਿੱਚ ਇਹੋ ਜਿਹੀ ਅਵਸਥਾ ਹੁੰਦੀ ਹੈ। ਫਿਰ ਤੂੰ 8 ਪਹਿਰ ਮੇਰਾ ਭਜਨ ਕਰੀ, ਤੇਰੇ ਸਰੀਰ ਦੀਆਂ ਜ਼ਿੰਮੇਵਾਰੀਆਂ ਕੁੱਲੀ ਜੁੱਲੀ ਗੁੱਲੀ ਆਦਿ ਅਨਬਸਰ ਸਥਾਨ ਆਦਿ ਉਹਦਾ ਜ਼ਿੰਮਾ ਮੈਂ ਲੈ ਲਵਾਂਗਾ। ਇਉਂ ਕਰਦਿਆਂ ਕਰਦਿਆਂ ਜੇਕਰ ਤੂੰ ਆਪਣੀ ਹੋਂਦ ਗਵਾ ਦੇਵੇਂਗਾ, ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ। ਜੇ ਤੂੰ ਮੇਰਾ ਹੋ ਰਹੇ ਤਾਂ ਸਭ ਜਗ ਤੇਰਾ। ਜੀਵ ਤੇ ਰੱਬ ਦੇ ਵਿਚਾਲੇ ਪੜਦਾ ਹਉਮੈ ਦਾ, ਇਹੀ ਬੜੀ ਭਾਰੀ ਕੰਧ ਹੈ। ਨਾਮ ਅਭਿਆਸ ਦੀ ਕਮਾਈ ਨਾਲ ਇਹ ਦੂਰ ਹੁੰਦੀ ਹੈ, ਹੋਰ ਕੋਈ ਉਪਾਅ ਨਹੀਂ ਹੈ। ਜਦੋਂ ਹੀ ਉਹ ਨਾਮ ਅਭਿਆਸ ਦੀ ਕਮਾਈ ਕਰਦੇ ਕਰਦੇ ਆਪਣੇ ਸੁਭਾਵਾਂ ਨੂੰ ਸੰਵਾਰ ਲਏਗਾ, ਆਪ ਸਵਾਰੇ ਮੈਂ ਮਿਲੇ। ਆਪਣੇ ਸੁਭਾਵਾਂ ਨੂੰ ਸੰਵਾਰ ਲਏਗਾ, ਇਹਨੂੰ ਬੁਰੇ ਸੁਭਾਅ ਕੱਢ ਕੇ ਚੰਗੇ ਸੁਭਾਅ ਅੰਦਰ ਲਿਆਏਗਾ। ਫਿਰ ਨਾਮ ਅਭਿਆਸ ਦੀ ਕਮਾਈ ਕਰਕੇ ਹਉਮੈ ਦੀ ਕੰਧ ਨੂੰ ਦੂਰ ਕਰ ਦਿੱਤਾ ਤਾਂ ਮੈਂ ਮਿਲੇ ਮੈਨੂੰ ਮਿਲ ਜਾਏਗਾ। ਮੈਂ ਮਿਲਿਆ ਸੁਖ ਹੋਏ, ਮੈਨੂੰ ਮਿਲੇ ਤੇ ਸੁਖੀ ਹੋ ਜਾਏ, ਕਿਉਂਕਿ ਵਾਹਿਗੁਰੂ ਆਨੰਦ ਸਰੂਪ ਹੈ, ਉਸ ਨੂੰ ਮਿਲ ਕੇ ਇਹ ਵੀ ਆਨੰਦ ਸਰੂਪ ਹੋ ਜਾਏਗਾ। ਜੇ ਤੂੰ ਮੇਰਾ ਹੋ ਰਹੇ ਤਾਂ ਸਭ ਜਗ ਤੇਰਾ। ਇਉਂ ਜੇ ਤੂੰ ਐਸੀ ਅਵਸਥਾ ਨੂੰ ਪ੍ਰਾਪਤ ਹੋ ਜਾਏਗਾ, ਮੇਰਾ ਹੋ ਜਾਵੇਗਾ, ਤਾਂ ਸਭ ਜਗ ਹੀ ਤੇਰਾ ਹੋ ਜਾਏਗਾ। ਕਿਉਂ? ਮੇਰੇ ਵਿੱਚ ਭੇਦ ਹੋ ਕੇ ਤਦਰੂਪ ਹੋ ਜਾਏਗਾ। ਇਉਂ ਸਮਝ ਲਓ ਮੇਰਾ ਲਾਡਲਾ ਪੁੱਤਰ ਬਣ ਜਾਏਗਾ। ਇਹ 3 ਗੱਲਾਂ ਦੱਸੀਆਂ। 2.5 ਘੰਟੇ ਭਜਨ, 8 ਪਹਿਰ, ਇਹ ਆਪਣੀ ਹੋਂਦ ਗਵਾ ਦੇਣੀ। ਹੁਣ ਜ਼ਰਾ ਸਾਰੇ ਹੀ ਆਪਣੇ ਅੰਦਰ ਝਾਤੀਆਂ ਮਾਰ ਕੇ ਵੇਖੋ, ਕੀ ਅਸੀਂ ਆਪਣੀ ਹੋਂਦ ਗਵਾ ਦਿੱਤੀ ਹੋਈ ਹੈ, ਜਾਂ 8 ਪਹਿਰ ਭਜਨ ਕਰਨ ਵਾਲਿਆਂ ਵਿੱਚੋਂ ਹਾਂ, ਜਾਂ 2.5 ਘੰਟੇ ਭਜਨ ਕਰਦੇ ਹਾਂ? ਤਿਉਂ ਵਿੱਚੋਂ ਅਸੀਂ ਕਿਹਨਾਂ ਵਿੱਚ ਹਾਂ? ਅਗਰ ਕੁਛ ਵੀ ਨਹੀਂ ਕਰਦੇ, ਜ਼ਰਾ ਉਹਨਾਂ ਵੈਦਿਆਂ ਨੂੰ ਯਾਦ ਕਰੋ ਜਦੋਂ ਮਾਤਾ ਦੇ ਉਦਰ ਦੇ ਵਿੱਚ ਪੁੱਠਾ ਲਟਕਦਾ ਹੋਇਆ ਜਿਉਂ ਵੈਦੇ ਕਰਦਾ ਸੀ। ਜਦੋਂ ਪੁੱਠਾ ਲਮਕਦਾ ਸੈਂ ਉਹ ਦਿਨ ਟੁੱਟ ਗਏ ਨੇ, ਉਹ ਦਿਨ ਟੁੱਟ ਗਏ। ਪੁੱਠਾ ਲਮਕਦਾ ਸੈਂ ਉਹ ਦਿਨ ਟੁੱਟ ਗਏ, ਉਹ ਦਿਨ ਟੁੱਟ ਗਏ। आई रे कैसे फिर तो फूलिया फूलिया, जब 10 मास माता उधर रहता सो दिन कैसे भूलिया। ਹੁਣ ਫੁੱਲਿਆ ਫਿਰਦਾ, ਮੈਂ ਲੈਂਡਲॉर्ड ਬਣ ਗਿਆ, ਮੈਂ ਮੈਜਿਸਟ੍ਰੇਟ ਬਣ ਗਿਆ,
डिप्टी कमिश्नर बन गया, जज बन गया, मिनिस्टर बन गया, होर कुछ। ध्यान दे कहे जे गंदे पानी को तेरी बनावट, कहे जे गंदमंद विच तेरा 9-10 महीने वस। उत्थे ਉਹ प्रार्थना करनी, वादे करने परमेश्वर नाल, मैं 8 पैर भजन करूँ। 3 गल्लां दसियां भी त्यों विचों कम से कम एक ते जरूर अमल करी, पर एक ते भी अमल नहीं कर रहा तो फिर वही जेल खाना, वही कुंभी नरक, गंदमंद का जेल खाना तैयार है। इस करके गुरु जी उन्होंने समझाते, हाँ तुसी मानव तन पा के अपनी जिंदगी का रहो किहो जे पासे, ठगियां विच, दुनिया नूं तंग करन वास्ते, रब दी खलकत नूं तंग करन वास्ते, खल की जान के किसे दुखावे ना है, खलक दुखे नंद लाल जी, खालक को पेता है। यूँ तंग करते रब दी खलकत नूं, तुहानूं चाहिए परमेश्वर का भजन करो। वो बार बार बेनती करनी, गरीबा जिमें हुक्म होवे असीं तैयार हैं। सारिया ने गुरु की सिक्खी धारण की, सिक्खी धारण करके नाम दी दात हासिल करके गुरु के सिख बन के गुरु गुरु जपन लगे, नाम का निशान विच प्रवृत्ति हुई। यूँ जिंदगी विच पलटा आया, वही ठगां तो देवते बन गए। जिस वास्ते आए से उस कम विच लग के अपना लोक सुखी पर लोक सुहेला कर लिया, क्योंकि ये आया इसी वास्ते है। आयो लाह लैन पुरानी, आयो आयो लाह लैन पुरानी, आयो लाह लैन पुरानी, आयो लाह लैन पुरानी, मानुख तन थार के प्राणी तो आयो लाहा लैन, लगा कि तुक फकड़े समुकदी चली रहन। अपने जन्म नूं सफला करो, गुरु शरण विच आके वाहिगुरू दी शरण गिर के नाम का निशान करके अपने जन्म नूं सफला करो। अगंत नूं सवार लो, 84 का गेड़ा जमा दे वस पैना, बार बार उसी कुंभी नरक विच आना, ये तो बच के अपने लोक सुखी को लोक सुहेले हो। हुण समय नूं भी मुख रखना है। रोज़ के सुभाव के मुताबिक पहले आनंद साहब विच बोलो, बाद गुरु स्रोत्र विच बोलना, उस तो बाद अरदास विच जुड़ना, फिर हुक्मनामा सुन के प्रसाद लेके और अगला प्रोग्राम सुन के चाले को। रामकली महला तीजा नंद ओंकार सतगुर प्रसाद, अनंत व्यास सुन मेरी आवाज़।
धन है धन है धन है गुरु नानक साहिब धन धन है